ਵਾਹਿਗੁਰੂ 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 श्री वाहिगुरु सतनाम श्री वाहिगुरु जी रे टेक तू लाहे बडानी आस नानक नाम ध्याईऐ कारज आवै रास कारज आवै रास राखो लाज दास पाट की राखो लाज दास पाट की दास पाट राखो लाज दास पाट की राखो लाज राखो लाज दास पाट की राखो लाज दास पाट की अब राखो दास पाट की लाज जैसे राखी लाज भगत प्रहलाद की हरनाखश फारे कर आज सुन द्रौपदी लाज रखी हर प्रभ जी शीनत बस्त्र दीन बो साज सुदामा पदा ते राखिया गणका पड़त पूरे तै काज श्री सतगुरु सो प्रसन्न कल जुग होए राखो दास पाट के लाज मैं नाही कछ हो नहीं कछ आहे ना मोरा अवसर लज्जा राख लिहो सदना जन तोरा राखो लाज दास पाट राखो लाज दास पाट की
ਰਾਖੋ ਲਾਜ ਦਾਸ ਪਾਟ ਕੀ। ਰਾਖੋ ਲਾਜ ਦਾਸ ਪਾਟ ਕੀ। ਦਾਸ ਪਾਟ ਰਾਖੋ ਲਾਜ। ਰਾਖੋ ਲਾਜ ਦਾਸ ਪਾਟ ਕੀ। ਦਾਸ ਪਾਟ ਰਾਖੋ ਲਾਜ। ਰਾਖੋ ਲਾਜ ਦਾਸ ਪਾਟ ਕੀ। ਰਾਖੋ ਲਾਜ ਦਾਸ ਪਾਟ ਕੀ। ਰਾਖੋ ਲਾਜ ਦਾਸ ਪਾਟ ਕੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜਿਤਨੀਆਂ ਗੁਰਸਿੱਖ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਪਣੇ ਕਾਰਾਂ ਵਿਹਾਰਾਂ ਨੂੰ ਪਿੱਛੇ ਛੱਡ ਕੇ ਕਾਫੀ ਸਮੇਂ ਤੋਂ ਹਾਜ਼ਰ ਹਜੂਰ ਜਹਰਾ ਜਹੂਰ ਸਰਬ ਕਰਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦੇ ਗੁਰੂ ਧਾਰਮਿਕ ਗ੍ਰੰਥਾਂ ਦੇ ਗਿਆਤਾ 10 ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਪ੍ਰਤੱਖ ਜੋਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਪਹੁੰਚ ਕੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਬਰ ਨਾ ਕੋਈ। ਸਤਿਗੁਰਾਂ ਦੀ ਅੰਮ੍ਰਿਤਮਈ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ, ਲੇਖੇ ਵਿੱਚ ਲਾ ਰਹੇ ਹੋ, ਤਾਂ ਤੇ ਆਓ ਥੋੜਾ ਜਿਹਾ ਸਮਾਂ ਆਪਣੇ ਕੋਲ ਹੋਰ ਹੈ। ਜਿਤਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹਨ, ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਬੈਠਣ ਦੀ ਕਿਰਪਾਲਤਾ ਕਰੋ। ਜਿਤਨੀਆਂ ਵੀ ਗੁਰਸਿੱਖ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਬੈਠੀਆਂ ਹਨ, ਸਾਰੇ ਹੀ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਔਰ ਮਨ ਦੀ ਇਕਾਗਰਤਾ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਸਾਰੇ ਬੁਲੰਦ ਕਰੋ, ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਪਾਰ ਮੇਰੀ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ।
ਸਰਦਾਰ ਭੁਪਿੰਦਰ ਸਿੰਘ ਆਪਣੇ ਸਪੁੱਤਰ ਭਾਈ ਹਰਦੀਪ ਸਿੰਘ ਹੋਣਾ ਦੇ ਆਨੰਦ ਕਾਰਜਾਂ ਨੂੰ ਮੁੱਖ ਰੱਖ ਕੇ ਕਾਰਜਾਂ ਦੀ ਸਫਲਤਾ ਹੀ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਕਰਵਾਏ ਸਨ, ਜੋ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਥੋੜਾ ਸਮਾਂ ਪਹਿਲਾਂ ਭੋਗ ਪਾਏ ਗਏ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਸਾਰਿਆਂ ਨੂੰ ਹੁਕਮ ਹੈ, ਜਦੋਂ ਕੋਈ ਵੀ ਕਾਰਜ ਗੁਰਸਿੱਖ ਨੇ ਕਰਨਾ ਹੈ ਉਦੋਂ ਆਪਣੇ ਕਰਨੀ ਹੈ, ਪ੍ਰਾਰਥਨਾ ਕਰਨੀ ਹੈ, ਰਜੋਈ ਕਰਨੀ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਫਿਰ ਜਿਹੜੇ ਕਾਰਜ ਹਨ ਉਹ ਆਰੰਭ ਕਰਨੇ ਹਨ, ਕਿਉਂਕਿ ਦਾਤਾ ਹਨ। ਦਾਤੇ ਦੀਆਂ ਦਾਤਾਂ ਨੂੰ ਪਾ ਕਰਕੇ ਦਾਤੇ ਦਾ ਸ਼ੁਕਰਾਨਾ ਕਰਨਾ ਹਰ ਇੱਕ ਜੀਵ ਦਾ ਫਰਜ਼ ਹੈ, ਕਿਉਂਕਿ ਆ ਸਾਰੀਆਂ ਜਿੰਨੀਆਂ ਵੀ ਅਸੀਂ ਦਾਤਾਂ ਦਾ ਸੁੱਖ ਮਾਣ ਰਹੇ ਹਾਂ, ਆਨੰਦ ਮਾਣ ਰਹੇ ਹਾਂ, ਇਹ ਸਾਰੀਆਂ ਪ੍ਰਮਾਤਮਾ ਦੀਆਂ ਹਨ। ਤੇ ਇਸ ਕਰਕੇ ਦਾਤੇ ਨੂੰ ਚੇਤਾ ਰੱਖਣਾ ਹਰ ਵੇਲੇ। ਮਹਾਰਾਜ ਕਿਰਪਾ ਕਰੋ, ਇਹ ਸੰਸਾਰ ਜਿਹੜਾ ਏ ਇਹਦੇ ਵਿੱਚੋਂ ਸਾਡੇ ਜੀਵਨ ਦਾ ਭਲਾ ਹੋ ਜਾਵੇ। ਤੁਸੀਂ ਕਿਰਪਾ ਕਰੋ, ਆਪਣੇ ਕਰੋ ਨਾਮ ਦੀ ਸਿਮਰਨ ਦੀ ਬਖਸ਼ੋ, ਜਿਹਦੇ ਕਰਕੇ ਆ ਜਿਹੜਾ ਜੀਵਨ ਹੈ ਇਹ ਸਫਲ ਹੋ ਜਾਏ। ਕਿ ਮਹਾਰਾਜ ਜੀ ਸਾਡੀ ਲਾਜ ਰੱਖਣਾ ਕਰੋ, ਸਾਡੀ ਸੰਸਾਰ ਦੇ ਵਿੱਚ ਰੱਖੋ, ਭੱਟ ਬੇਨਤੀ ਕਰਦੇ ਆ। ਜਦੋਂ ਕੋਈ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਜੋ ਵੀ ਇੱਛਾ ਰੱਖ ਕੇ ਕਰਦਾ, ਪ੍ਰਮਾਤਮਾ ਉਹਦੀ ਇੱਛਾ ਪੂਰੀ ਕਰ ਦਿੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ। ਪਰ ਗੁਰੂ ਸਾਹਿਬ ਜੀ ਦੀਆਂ ਦਾਤਾਂ ਦੇਣ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਕਰਕੇ ਸਿੱਖ ਦੀ ਭਾਵਨਾ ਸ਼ਰਧਾ ਆਪਣੇ ਗੁਰੂ ਤੇ 100% ਹੋਣੀ ਚਾਹੀਦੀ ਹੈ। ਜਦੋਂ ਵੀ ਮੰਗਣਾ ਆਪਣੇ ਗੁਰੂ ਦੇ ਦਰ ਦੇ ਉੱਤੋਂ ਮੰਗਣਾ, ਹੋਰ ਦਰ ਦੇ ਉੱਤੇ ਜਾ ਕੇ ਨਹੀਂ ਮੰਗਣਾ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੂ, ਆਪਣੇ ਗੁਰੂ ਦੇ ਦੁਆਰੇ ਉੱਤੇ ਆ ਕੇ ਮੰਗਣਾ। ਫਿਰ ਦੁਨੀਆ ਦੀ ਕੋਈ ਐਸੀ ਅਦੈ ਵਸਤੂ ਨਹੀਂ ਹੈ ਜਿਹੜੀ ਗੁਰੂ ਨਹੀਂ ਦੇ ਸਕਦਾ, ਕਿਉਂਕਿ ਨਾਮ ਦੇ ਵਿੱਚ ਹੀ ਸਾਰੀਆਂ ਦਾਤਾਂ ਨੇ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹੇ। ਜਦੋਂ ਪ੍ਰਮਾਤਮਾ ਦੀ ਸ਼ਰਨ ਅਖਤਿਆਰ ਕਰ ਲਾਂਗੇ ਨਾ, ਕਿਉਂਕਿ ਹਦਾਇਤ ਪਹਿਲਾਂ ਨਾਮ ਜਪਣ ਦੀ ਹੈ। ਜਿਵੇਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦਾ ਰਿਜ਼ਲਟ ਬਾਅਦ ਵਿੱਚ ਹੁੰਦਾ ਨਾ। ਜੇ ਆਪਾਂ ਕਹੀਏ ਵੀ ਕੰਮ ਨਹੀਂ ਕਰਨਾ, ਰਿਜ਼ਲਟ ਪਹਿਲਾਂ ਦੇ ਦਿਓ, ਇਸ ਤਰ੍ਹਾਂ ਤਾਂ ਨਹੀਂ। ਜੇ ਬੱਚੇ ਪੜ੍ਹਾਈ ਕਰਦੇ ਆ ਸਾਲ ਭਰ, ਆ ਹੁਣ ਫਰਵਰੀ ਦਾ ਮਹੀਨਾ ਸਮਾਪਤ ਹੋਣਾ, ਮਾਰਚ ਦੇ ਵਿੱਚ ਪੇਪਰ ਪੈਂਦੇ ਆ ਬੱਚਿਆਂ ਦੇ, ਰਿਜ਼ਲਟ ਆਉਂਦਾ। ਇਸੇ ਤਰ੍ਹਾਂ ਹੀ ਸਿੱਖ ਵੀ ਪਹਿਲਾਂ ਕਮਾਈ ਕਰੇ, ਗੁਰੂ ਦੇ ਚਰਨਾਂ ਦੇ ਵਿੱਚ ਸਹਿਜ ਪਾਠ ਕਰਾਉਂਦੇ ਆ। ਜੋ ਵੀ ਮਨ ਦੇ ਵਿੱਚ ਸੰਕਲਪ ਲੈ ਕੇ ਕਰਦੇ ਆ, ਗੁਰੂ ਉਹਨੂੰ ਪੂਰਾ ਕਰਦਾ। ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਾਇਆ ਜਾਏ। ਪ੍ਰਮਾਤਮਾ ਕਹਿੰਦੇ ਸਦਾ ਹੀ ਸੁਣਦਾ ਵੀ ਏ ਤੇ ਆਪਾਂ ਨੂੰ ਵੇਖ ਵੀ ਰਿਹਾ। ਸੋ ਇਸ ਕਰਕੇ ਪ੍ਰਮਾਤਮਾ ਦੇ ਉੱਤੇ ਜੋ ਵੀ ਸ਼ਰਧਾ ਭਾਵਨਾ ਰੱਖ ਕੇ ਆਪਾਂ ਕੰਮ ਕਰਦੇ ਆ, ਗੁਰੂ ਕਿਰਪਾ ਕਰਦਾ, ਉਹ ਕਾਰਜ ਸਫਲ ਕਰ ਦਿੰਦਾ, ਸਫਲਤਾ ਹੀ ਬਖਸ਼ ਦਿੰਦਾ। ਹਰਨਾਕਸ਼ ਨੇ ਦਾ ਸਿਮਰਨ ਕੀਤਾ, ਪਰ ਸਿਮਰਨ ਕਰਕੇ ਸਾਧ ਸੰਗਤ ਦੀ ਇੱਛਾ ਜਿਹੜੀ ਹੈ ਨਾ ਉਹ ਸ਼ੁੱਧ ਰੱਖਣੀ ਹੈ। ਇਹ ਨਹੀਂ ਵੀ ਆਪਾਂ ਅਖੰਡ ਪਾਠ ਕਰਾਈਏ, ਸੁਖਮਨੀ ਸਾਹਿਬ ਦਾ ਪਾਠ ਕਰਾਈਏ, ਕਾਹਦੇ ਵਾਸਤੇ? ਸਿਮਰਨ ਕੀਤਾ, ਪ੍ਰਮਾਤਮਾ ਦੀ ਪ੍ਰਾਪਤੀ ਵੀ ਹੋ ਗਈ,
ਅਕਾਲ ਪੁਰਖ ਵਾਹਿਗੁਰੂ ਪੁੱਛਦਾ ਹਰਨਾਕਸ਼ ਨੂੰ, ਭਾਈ ਤੈਂ ਸਿਮਰਨ ਕੀਤਾ, ਦੱਸ ਤੈਨੂੰ ਕੀ ਵਸਤੂ ਚਾਹੀਦੀ ਹੈ? ਕਹਿੰਦਾ ਮਹਾਰਾਜ ਮੈਨੂੰ ਇਹ ਵਰ ਬਖਸ਼ ਦਿਓ ਕਿ ਮੈਂ ਨਾ ਧਰਤੀ ਤੇ ਨਾ ਆਕਾਸ਼ 'ਚ, ਨਾ ਅੰਦਰ ਮਰਾਂ ਨਾ ਬਾਹਰ, ਨਾ ਕਿਸੇ ਸ਼ਾਸਤਰ ਨਾਲ। ਭਾਵ ਕਿ ਉਹਨੇ ਵਰ ਮੰਗ ਲਏ ਪਰਮਾਤਮਾ ਤੋਂ। ਪਰਮਾਤਮਾ ਕਹਿੰਦਾ ਤਥਾ ਇਹ ਕਾਰਨਾ ਕਰਕੇ ਤੂੰ ਕਾਲ ਦੇ ਵਸ ਨਹੀਂ ਹੋਏਗਾ। ਸੋ ਜਦੋਂ ਪ੍ਰਮਾਤਮਾ ਤੋਂ ਵਰ ਲੈ ਲਏ ਫਿਰ ਹੰਕਾਰੀ ਹੋ ਗਿਆ ਹਰਨਾਕਸ਼। ਗੁਰੂ ਮਹਾਰਾਜ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਹੋਵਣ ਲਗਤ ਹੈ। ਕਹਿੰਦੇ ਜੀਵ ਜਦੋਂ ਕੋਈ ਵੀ ਵਸਤੂ ਪਾ ਲੈਂਦਾ ਫਿਰ ਉੱਤੇ ਗਰਭ ਕਰਦਾ, ਮਾਣ ਕਰਦਾ, ਹੰਕਾਰ ਕਰਦਾ, ਜਿਹੜਾ ਪ੍ਰਮਾਤਮਾ ਨੂੰ ਕਦੇ ਵੀ ਨਹੀਂ ਪਾਉਂਦਾ। ਹਰ ਜਿਉ ਹੰਕਾਰ ਨਾ ਭਾਵਈ, ਵੇਦ ਕੂਕ ਸੁਨਾਵੇ। ਹੰਕਾਰ ਮੁਏ ਸੇਵੇ ਗਤੇ ਗਏ, ਮਰ ਜਨਮੈ ਫਿਰ ਆਵੇ। ਪਰਮਾਤਮਾ ਤੇ ਹੰਕਾਰ ਦਾ ਮੇਲ ਨਹੀਂ, ਕਿਉਂਕਿ ਜਿਹੜਾ ਆਪਣਾ ਹਿਰਦਾ ਰੂਪੀ ਭਾਂਡਾ, ਇਹਦੇ ਵਿੱਚ ਦੋ ਵਸਤੂਆਂ ਇਕੱਠੀਆਂ ਨਹੀਂ ਰਹਿ ਸਕਦੀਆਂ, ਵੀ ਨਾਮ ਵੀ ਤੇ ਹੰਕਾਰ ਵੀ। ਇਹਦੇ ਵਿੱਚ ਇੱਕੋ ਹੀ ਵਸਤੂ ਪਏਗੀ, ਚਾਹੇ ਨਾਮ ਪਾ ਲਓ ਚਾਹੇ ਹੰਕਾਰ ਪਾ ਲਓ। ਜੇ ਹੰਕਾਰ ਹੋਏਗਾ ਫਿਰ ਨਾਮ ਨਹੀਂ ਅਸਰ ਕਰੇਗਾ, ਤੇ ਜੇ ਨਾਮ ਦੀ ਦਾਤ ਹੋਈ ਤੁਹਾਡੇ ਕੋਲੇ ਫਿਰ ਹੰਕਾਰ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਪਰਮਾਤਮਾ ਦੀ ਕੋਲੋਂ ਵਰਤਾ ਲੈ ਲੇ ਪਰ ਹੰਕਾਰੀ ਹੋ ਗਿਆ। ਹੁਣ ਗੁਰੂ ਸਾਹਿਬ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ ਕਿ ਪਰਮਾਤਮਾ ਨੂੰ ਕਿਸੇ ਤਰ੍ਹਾਂ ਦਾ ਵੀ ਹੰਕਾਰ ਜਿਹੜਾ ਇਹ ਪਾਉਂਦਾ ਨਹੀਂ, ਚਾਹੇ ਉਹ ਅਤ ਸੁੰਦਰ ਹੋਵੇ, ਉੱਚੀ ਕੁੱਲ ਦਾ ਹੋਵੇ, ਚਾਹੇ ਕਿਸੇ ਪ੍ਰਕਾਰ ਦਾ ਵੀ ਮਾਣ ਹੋਵੇ, ਮਹਾਰਾਜ ਨੂੰ ਪਾਉਂਦਾ ਨਹੀਂ। ਮਹਾਰਾਜ ਬਾਣੀ ਵਿੱਚ ਐਸਾ ਫਰਮਾਨ ਕਰਦੇ ਆ। ਵੇਦ ਮਾਰ ਕੇ ਸੁਨਾਵੇ, ਵੇਦ ਮਾਰ ਕੇ ਸੁਨਾਵੇ, ਕੂਕਾਂ ਸੁਨਾਵੇ ਕੂਕਾਂ, ਭਾਵੇ ਨਾ ਹੰਕਾਰ ਹਰੀ ਨੂੰ। ਵੇਦ ਮਾਰ ਕੇ ਸੁਨਾਵੇ ਕੂਕਾਂ, ਭਾਵੇ ਨਾ ਹੰਕਾਰ ਹਰੀ ਨੂੰ। ਹੁਣ ਪਰਮਾਤਮਾ ਤੋਂ ਵਰਤਾ ਲੈ ਲੇ ਪਰ ਹੰਕਾਰੀ ਹੋ ਗਿਆ। ਪਰਜਾ ਨੂੰ ਕਹਿੰਦਾ ਮੇਰਾ ਹੀ ਨਾਮ ਜਪੋ, ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰਮਾਤਮਾ ਨੇ ਦੇਖਿਆ ਵੀ ਇਹ ਤਾਂ ਵਰ ਲੈ ਕੇ ਹੰਕਾਰੀ ਹੋ ਗਿਆ, ਉਹਦੇ ਘਰੇ ਜਿਹੜਾ ਧਰਮ ਨੂੰ ਮੰਨਦਾ ਨਹੀਂ, ਉਹਦੇ ਘਰੇ ਪ੍ਰਹਿਲਾਦ ਨੂੰ ਸਤਿਗੁਰਾਂ ਨੇ ਭੇਜ ਦਿੱਤਾ। ਹਰਨਾਕਸ਼ ਦੇ ਘਰੇ ਘਰ ਹਰਨਾਕਸ਼ ਦੈਤ ਦੇ ਪੁੱਤਰ ਕੱਲਰ ਕਵਲ ਪ੍ਰਹਿਲਾਦ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਦੇਖੋ ਕੱਲਰ ਦੇ ਵਿੱਚ ਕਹਿੰਦੇ ਗੁਲਾਬ ਦਾ ਫੁੱਲ ਕੋਈ ਪੈਦਾ ਹੁੰਦਾ ਦੇਖ ਲਵੇ ਤਾਂ ਕਹਿੰਦੇ ਹੈਰਾਨੀ ਵਾਲੀ ਗੱਲ ਹੈ ਨਾ, ਕਿਉਂਕਿ ਕੱਲਰ ਦੇ ਵਿੱਚ ਤਾਂ ਘਾਹ ਵੀ ਨਹੀਂ ਉੱਗਦਾ, ਪਰ ਜੇ ਗੁਲਾਬ ਦਾ ਫੁੱਲ ਉੱਗ ਪਵੇ ਫਿਰ ਕਹਿੰਦੇ ਹੈਰਾਨੀ ਵਾਲੀ ਗੱਲ ਹੈ।
ਜਿਹੜਾ ਬੰਦਾ ਰੱਬ ਨੂੰ ਮੰਨਦਾ ਨਹੀਂ, ਉਹਦੇ ਘਰੇ ਕੋਈ ਨਾਮ ਜਪਣ ਵਾਲੀ ਰੂਹ ਆ ਜਾਵੇ ਤਾਂ ਕਹਿੰਦੇ ਹੈਰਾਨੀ ਵਾਲੀ ਗੱਲ ਹੈ। ਜਿਹੜਾ ਪ੍ਰਮਾਤਮਾ ਨੂੰ, ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਨਹੀਂ। ਪੁਰਨਾਕਸ਼ ਦੇ ਘਰੇ ਪ੍ਰਹਿਲਾਦ ਦਾ ਜਨਮ ਹੋ ਗਿਆ। ਹੁਣ ਉਹ ਪ੍ਰਮਾਤਮਾ ਦਾ ਨਾਮ ਜਪਦਾ ਹੈ, ਇਹ ਲੋਕਾਂ ਨੂੰ ਕਹਿੰਦਾ ਮੇਰਾ ਨਾਮ ਜਪੋ। ਹੌਲੀ ਹੌਲੀ ਇਹਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਪੜ੍ਹਾਉਣ ਵਾਸਤੇ ਸੰਡਾ ਤੇ ਮਰਕਾ, ਇਹਨਾਂ ਦੀ ਡਿਊਟੀ ਲਾ ਦਿੱਤੀ ਕਿ ਮੇਰੇ ਪੁੱਤਰ ਨੂੰ ਇਹੀ ਪੜ੍ਹਾਉਣਾ ਕਿ ਤੇਰਾ ਪਿਤਾ ਹੀ ਪ੍ਰਮਾਤਮਾ ਹੈ, ਪ੍ਰਮਾਤਮਾ ਹੀ ਤੇਰਾ ਪਿਤਾ ਹੈ। ਰੱਬ ਪ੍ਰਮਾਤਮਾ ਜਿਹੜਾ ਤੇਰਾ ਪਿਤਾ ਸਭ ਕੁਝ ਉਹੀ ਹੈ। ਹੁਣ ਉਹ ਜਿਹੜੇ ਸੰਡਾ ਮਰਕਾ ਜਿਹੜੇ ਮਾਸਟਰ ਨੇ, ਉਹ ਪ੍ਰਹਿਲਾਦ ਨੂੰ ਕਹਿੰਦੇ ਤੂੰ ਆਪਣੇ ਪਿਤਾ ਦਾ ਨਾਮ ਜਪ। ਉਹ ਕਹਿੰਦਾ ਮੈਂ ਪ੍ਰਮਾਤਮਾ ਦਾ ਨਾਮ ਜਪਾਂਗਾ, ਮੈਂ ਆਪਣੇ ਪਿਤਾ ਦਾ ਨਾਮ ਨਹੀਂ ਜਪਾਂਗਾ। ਉਹ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ, ਬਾਕੀ ਸਾਥੀਆਂ ਨੂੰ ਵੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਾਉਂਦਾ। ਇੱਕ ਦਿਨ ਜਦ ਸੰਡੇ ਮਰਕੇ ਨੂੰ ਕੋਈ ਕੰਮ ਹੋ ਗਿਆ, ਜਦੋਂ ਮੁੜ ਕੇ ਆਏ ਤਾਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਹਿਲਾਦ ਮੂਰੇ ਮੂਰੇ ਬੋਲ ਰਿਹਾ, ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ, ਤਾਂ ਪਿੱਛੇ ਬੱਚੇ ਵੀ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ। ਆ ਕੇ ਸੰਡੇ ਮਰਕੇ ਨੇ ਤਾੜਨਾ ਕੀਤਾ ਕਿ ਭਾਈ ਤੇਰੇ ਪਿਤਾ ਦਾ ਸਾਨੂੰ ਹੁਕਮ ਹੈ, ਇਹਨੂੰ ਹੋਰ ਕੋਈ ਨਾਮ ਜਪਣ ਦੀ ਬਾਰੇ ਨਹੀਂ ਦੱਸਣਾ, ਇਹਨੂੰ ਮੇਰਾ ਹੀ ਨਾਮ ਜਪਾਣਾ। ਫੜ ਕੇ ਆਪਣੇ ਪਿਤਾ ਕੋਲ ਲੈ ਗਏ, ਹਰਨਾਕਸ਼ ਦੇ ਕੋਲੇ ਪ੍ਰਹਿਲਾਦ ਨੂੰ। ਕਹਿੰਦੇ ਰਾਜਨ ਤੂੰ ਕੱਲੋਂ ਸਾਨੂੰ ਸੁਝਾਵਾਂ ਦੇਂਗਾ, ਦੋਸ਼ ਦੇਂਗਾ, ਤੇਰਾ ਪੁੱਤਰ ਹੀ ਬਗਾਵਤ ਕਰ ਰਿਹਾ, ਨਾਮ ਜਪਣ ਨੂੰ ਤਿਆਰ ਨਹੀਂ ਤੇਰਾ। ਹੁਣ ਉਹਨੂੰ ਮਾਰਨ ਦੀਆਂ ਵਿਉਂਤਾਂ ਕੱਢਣ ਲੱਗ ਪਿਆ। ਪ੍ਰਹਿਲਾਦ ਨੂੰ ਕਦੇ ਕਮਰੇ ਦੇ ਵਿੱਚ ਰੱਖ ਕੇ ਜ਼ਹਿਰੀਲੇ ਸੱਪਾਂ ਵਿੱਚ ਰੱਖਦਾ, ਕਈ ਪ੍ਰਕਾਰ ਦੀਆਂ ਉਹਨੂੰ ਸਜ਼ਾਵਾਂ ਦਿੰਦਾ, ਪਰ ਜਿਹਦੇ ਸਿਰ ਤੇ ਪ੍ਰਮਾਤਮਾ ਦਾ ਹੱਥ ਹੋਵੇ ਉਹਨੂੰ ਕੋਈ ਵੀ ਕਸ਼ਟ ਜਿਹੜਾ ਕੋਈ ਪਹੁੰਚਾ ਨਹੀਂ ਸਕਦਾ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ, ਉਹਦਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਜਿਸਕੇ ਸਿਰ ਉੱਪਰ ਤੋ ਸੁਆਮੀ ਸੋ ਦੁਖ ਕੈਸਾ, ਉਹ ਕੋਈ ਵੀ ਉਹਨੂੰ ਕੋਈ ਠੇਸ ਨਹੀਂ ਪਹੁੰਚਾ ਸਕਦਾ, ਪਰ ਉਹ ਜੁੜਿਆ ਹੋਵੇ ਪ੍ਰਮਾਤਮਾ ਦੇ ਨਾਲ। ਜਦੋਂ ਨੇਕਾਂ ਤਰ੍ਹਾਂ ਦੇ ਤਸੀਹੇ ਦੇ ਦੇ ਕੇ ਦੇਖ ਲਏ ਨਾ ਹਰਨਾਕਸ਼ ਨੇ, ਪਰ ਉਹ ਪ੍ਰਮਾਤਮਾ ਦਾ ਨਾਮ ਜਪਣਾ ਨਹੀਂ ਛੱਡਦਾ। ਇੰਨੀ ਲਿਵ ਆਪਣੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੋਣੀ ਚਾਹੀਦੀ। ਉਹ ਨਾਮ ਜਪਦਾ ਰਿਹਾ, ਪ੍ਰਮਾਤਮਾ ਦਾ ਨਾਮ ਨਹੀਂ ਛੱਡਦਾ। ਇੱਕ ਦਿਨ ਜਿਸ ਰਾਜ ਭਾਗ ਦੇ ਵਿੱਚ ਰਹਿ ਰਿਹਾ ਸੀਗਾ, ਉਸ ਦੇ ਦੂਸਰੇ ਮਹੱਲੇ ਦੇ ਵਿੱਚ ਜਿਹੜੇ ਕੱਚੇ ਭਾਂਡੇ ਬਣਾਉਂਦੇ ਨੇ ਘੁਮਿਆਰ ਵੀਰ, ਉਹ ਰਹਿੰਦੇ ਸੀਗੇ। ਪ੍ਰਹਿਲਾਦ ਖੇਡਦਾ ਖੇਡਦਾ ਉਧਰ ਚਲਾ ਗਿਆ ਬੱਚਿਆਂ ਦੇ ਨਾਲ। ਕੀ ਦੇਖ ਰਿਹਾ, ਉਹ ਸਾਰੇ ਇਕੱਠੇ ਹੋ ਕੇ ਅਰਦਾਸਾਂ ਕਰ ਰਹੇ ਨੇ ਪ੍ਰਮਾਤਮਾ ਅੱਗੇ। ਕੀ ਅਰਦਾਸਾਂ ਕਰ ਰਹੇ ਨੇ ਕਿ ਉਹਨਾਂ ਨੇ ਕੱਚੇ ਭਾਂਡੇ ਪੰਜਾਬੇ ਵਿੱਚ ਰੱਖ ਕੇ ਅੱਗ ਦੇ ਦਿੱਤੀ, ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਵਿੱਚ ਬਿੱਲੀ ਸੂਈ ਹੋਈ ਹੈ। ਅਰਦਾਸ ਕਰਦੇ ਨੇ, ਪ੍ਰਾਰਥਨਾ ਕਰਦੇ ਨੇ ਪ੍ਰਮਾਤਮਾ ਅੱਗੇ ਕਿ ਮਹਾਰਾਜ ਕਿਰਪਾ ਕਰੋ, ਉਸ ਬਿੱਲੀ ਦੀ ਬੱਚਿਆਂ ਦੀ ਰੱਖਣਾ ਕਰੋ। ਜੇ ਕਿਤੇ ਉਹ ਬਿੱਲੀ ਤੇ ਉਹਦੇ ਬੱਚੇ ਅੱਗ ਦੇ ਵਿੱਚ ਸੜ ਗਏ ਤਾਂ ਬਹੁਤ ਵੱਡਾ ਦੋਸ਼ ਲੱਗੇਗਾ, ਪਾਪ ਲੱਗੇਗਾ ਸਾਨੂੰ। ਪ੍ਰਹਿਲਾਦ ਪੁੱਛਦਾ ਤੁਸੀਂ ਅਰਦਾਸ ਕਰਦੇ ਹੋ ਕਿਹਦੇ ਅੱਗੇ ਕਰਦੇ ਹੋ? ਕਹਿੰਦੇ ਰੱਬ ਅੱਗੇ, ਪ੍ਰਮਾਤਮਾ ਅੱਗੇ। ਹੁਣ ਇਹ ਸੁਣਦਾ ਗੌਰ ਦੇ ਨਾਲ ਤੇ ਪੁੱਛਦਾ ਤੁਸੀਂ ਪੰਜਾਬੇ ਕਦੋਂ ਖੋਲ੍ਹਣੇ ਆ? ਉਹ ਦੱਸਦੇ ਆ ਕੁਝ ਦਿਨ ਪਾ ਕੇ ਅਸੀਂ ਇਹ ਪੰਜਾਬੇ ਖੋਲਾਂਗੇ। ਤਾਂ ਮਨ ਦੇ ਵਿੱਚ ਪ੍ਰਹਿਲਾਦ ਵਿਸ਼ਵਾਸ ਕਰਦਾ, ਕਹਿੰਦਾ ਵੀ ਮੈਂ ਵੀ ਆ ਕੇ ਦੇਖਾਂਗਾ, ਜੇ ਇਹਨਾਂ ਦੀ ਅਰਦਾਸ ਪ੍ਰਵਾਨ ਹੋ ਗਈ ਤਾਂ ਬਿੱਲੀ ਉਹਦੇ ਬੱਚਿਆਂ ਨੂੰ ਕੋਈ ਆਂਚ ਨਹੀਂ ਆਵੇਗੀ, ਨਾਲੇ ਮੇਰਾ ਵਿਸ਼ਵਾਸ ਜਿਹੜਾ ਹੋਰ ਪੱਕਾ ਹੋ ਜਾਏਗਾ। ਕੁਝ ਦਿਨਾਂ ਬਾਅਦ ਜਦੋਂ ਪੰਜਾਬੇ ਖੋਲ੍ਹੇ ਗਏ, ਦੇਖਿਆ ਬਾਕੀ ਸਾਰੇ ਭਾਂਡੇ ਅੱਗ ਦੇ ਨਾਲ ਪੱਕ ਚੁੱਕੇ ਆ, ਪਰ ਜਿਸ ਭਾਂਡੇ ਦੇ ਵਿੱਚ ਬਿੱਲੀ ਸੂਈ ਹੋਈ ਆ, ਉਹ ਭਾਂਡੇ ਨੂੰ ਠੇਸ ਨਹੀਂ ਪਹੁੰਚੀ, ਕੋਈ ਵੀ ਉਹਨੂੰ ਆਂਚ ਨਹੀਂ ਆਈ।
ਫਿਰ ਇਹਦਾ ਦ੍ਰਿੜ ਵਿਸ਼ਵਾਸ ਭਰੋਸਾ ਪ੍ਰਮਾਤਮਾ ਦੇ ਉੱਤੇ ਹੋ ਗਿਆ ਕਿ ਪ੍ਰਮਾਤਮਾ ਹੈ ਦੁਨੀਆ ਵਿੱਚ। ਬਿਨ ਦੇਖੇ ਉਪਜੈ ਨਹੀਂ ਆਸਾ। ਜਿੰਨੇ ਤੱਕ ਆਪਾਂ ਅੱਖੀ ਨਾ ਦੇਖ ਲਈ ਉਹਨੇ ਤੱਕ ਵਿਸ਼ਵਾਸ ਨਹੀਂ ਕਰਦੇ। ਸੋ ਪ੍ਰਹਿਲਾਦ ਨੂੰ ਭਰੋਸਾ ਪੱਕਾ ਯਕੀਨ ਹੋ ਗਿਆ। ਫਿਰ ਉਹ ਪ੍ਰਮਾਤਮਾ ਦਾ ਨਾਮ ਜਪਦਾ। ਹੁਣ ਕਈ ਕਸ਼ਟ ਦਿੱਤੇ ਗਏ ਹਰਨਾਕਸ਼ ਵੱਲੋਂ ਪ੍ਰਹਿਲਾਦ ਨੂੰ। ਜਦੋਂ ਸਾਰੇ ਕਸ਼ਟ ਦੇਖ ਲਏ ਵੀ ਪ੍ਰਮਾਤਮਾ ਦਾ ਨਾਮ ਜਪਣ ਤੋਂ ਹੋਰ ਕੋਈ ਵੀ ਗੱਲ ਜਿਹੜੀ ਆ ਉਹ ਪ੍ਰਹਿਲਾਦ ਨਹੀਂ ਕਰਦਾ, ਤਾਂ ਫਿਰ ਸਾਧ ਸੰਗਤ ਜੀ ਗੁੱਸੇ ਦੇ ਵਿੱਚ ਆ ਕੇ ਸੱਕਾ ਪਿਤਾ ਹਰਨਾਕਸ਼ ਜਿਹੜਾ ਹੈ ਆਪਣੇ ਪੁੱਤਰ ਨੂੰ ਲੈ ਕੇ ਪਹਾੜੀ ਦੇ ਉੱਤੇ ਜਾ ਕੇ ਥੰਮ ਲਾਲ ਸੁਰਖ ਅੱਗ ਵਰਗੇ ਕਰਕੇ ਕਹਿੰਦਾ ਵੀ ਇਹਨੂੰ ਗਲਵੱਕੜੀ ਪਾ, ਦੇਖਾਂ ਮੈਂ ਤੇਰਾ ਪ੍ਰਮਾਤਮਾ ਤੈਨੂੰ ਕਿਵੇਂ ਬਚਾਉਂਦਾ। ਜਦੋਂ ਥੰਮਾ ਨੂੰ ਪ੍ਰਹਿਲਾਦ ਨੇ ਘੁੱਟ ਕੇ ਗਲਵੱਕੜੀ ਦੇ ਵਿੱਚ ਲਿਆ, ਗਲਵੱਕੜੀ ਪਾਈ ਤਾਂ ਕੋਈ ਆਂਚ ਨਹੀਂ ਆਈ ਪ੍ਰਹਿਲਾਦ ਨੂੰ। ਇਹ ਦੇਖ ਕੇ ਹੋਰ ਹੰਕਾਰ ਹੋ ਗਿਆ ਉਹਨੂੰ। ਫਿਰ ਫੌਲਾਦ ਦੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਆਪਣੇ ਪੁੱਤਰ ਦਾ ਕਤਲ ਕਰਨ ਵਾਸਤੇ ਤਿਆਰ ਹੋ ਗਿਆ। ਕਹਿੰਦਾ ਦੇਖਦਾ ਹੁਣ ਤੇਰਾ ਪ੍ਰਮਾਤਮਾ ਤੈਨੂੰ ਕਿਵੇਂ ਬਚਾਉਂਦਾ। ਪ੍ਰਹਿਲਾਦ ਨੂੰ ਚੱਕ ਕੇ ਜਦੋਂ ਤਲਵਾਰ ਦਾ ਵਾਰ ਕਰਨ ਲੱਗਾ ਨਾ, ਪ੍ਰਮਾਤਮਾ ਨੇ ਆ ਕੇ ਪਿੱਛੋਂ ਤਲਵਾਰ ਫੜ ਲਈ। ਹਰਨਾਕਸ਼ ਕਹਿੰਦਾ ਮੈਨੂੰ ਪਤਾ ਹੈ ਤੇਰੇ ਤੋਂ ਬਿਨਾਂ ਮੇਰਾ ਕੋਈ ਹੱਥ ਨਹੀਂ ਫੜ ਸਕਦਾ, ਪਰ ਜਿਹੜੇ ਮੈਨੂੰ ਤੂੰ ਵਰ ਬਖਸ਼ੇ ਨੇ ਉਹ ਮੇਰੇ ਪੂਰੇ ਕਰ। ਪਰਮਾਤਮਾ ਨੇ ਹਰਨਾਕਸ਼ ਨੂੰ ਚੱਕ ਕੇ ਆਪਣਿਆਂ ਪੱਟਾਂ ਦੇ ਉੱਤੇ ਰੱਖ ਲਿਆ। ਕਹਿੰਦੇ ਉਹ ਧਰਤੀ ਤੇ ਆਕਾਸ਼ ਦੇ ਵਿੱਚ ਨਹੀਂ। ਸ਼ਾਮ ਦਾ ਸੂਰਜ ਢਲ ਰਿਹਾ ਸੀਗਾ ਜਦੋਂ ਰਹਿਰਾਸ ਸਾਹਿਬ ਦੇ ਪਾਠ ਦਾ ਟਾਈਮ ਹੁੰਦਾ। ਕਦੇ ਨਾ ਦਿਨ ਹੈ ਨਾ ਰਾਤ ਹੈ, ਕਿਉਂਕਿ ਸੂਰਜ ਢਲ ਚੁੱਕਾ ਹੈ, ਰਾਤ ਹਜੇ ਹੋਈ ਨਹੀਂ, ਨਾ ਦਿਨੇ ਨਾ ਰਾਤ ਨੂੰ। ਫਿਰ ਚੱਕ ਕੇ ਦਹਲੀਜ਼ ਵਿੱਚ ਰੱਖ ਲਿਆ, ਨਾ ਅੰਦਰ ਨਾ ਬਾਹਰ। ਉਹਦੇ ਵਾਰ ਪੂਰੇ ਕਰਕੇ ਫਿਰ ਪ੍ਰਮਾਤਮਾ ਨੇ ਅੱਧਾ ਬੰਦੇ ਦਾ ਸਰੀਰ ਤੇ ਅੱਧਾ ਸ਼ੇਰ ਦਾ ਸਰੀਰ, ਨਰ ਸਿੰਘ ਰੂਪ ਅਨੂਪ ਅਵਤਾਰ, ਇਹ ਪ੍ਰਮਾਤਮਾ ਨੇ ਸਰੂਪ ਧਾਰ ਕੇ ਹਰਨਾਕਸ਼ ਨੂੰ ਮਾਰ ਦਿੱਤਾ। ਤੇ ਪ੍ਰਹਿਲਾਦ ਜੀ ਜੈ ਜੈਕਾਰ ਹੋਈ ਉਸ ਵੇਲੇ। ਸੇ ਭੱਟ ਬੇਨਤੀ ਕਰਦੇ ਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ, ਕਹਿੰਦੇ ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਫਾਰੇ ਕਰ। ਕਹਿੰਦੇ ਪ੍ਰਮਾਤਮਾ ਤੂੰ ਐਡਾ ਬੇਅੰਤ ਹੈ, ਐਡਾ ਦਿਆਲੂ, ਜਿਹੜੇ ਵੀ ਤੇਰਾ ਨਾਮ ਜਪਦੇ ਨੇ ਤੇਰੇ ਨਾਮ ਦੀ ਓਟ ਲੈ ਲੈਂਦੇ ਨੇ, ਤੂੰ ਉਹਨਾਂ ਦੀ ਲਾਜ ਹਰ ਤਰ੍ਹਾਂ ਕਰਕੇ ਰੱਖਦਾ ਤੂੰ, ਜਿਵੇਂ ਪ੍ਰਹਿਲਾਦ ਦੀ ਮਹਾਰਾਜ ਰੱਖੀ ਆ। ਭਗਤ ਪ੍ਰਹਿਲਾਦ ਦੀ ਜੈ ਜੈਕਾਰ ਹੋਊਗੀ ਤੇ ਜਿਹੜਾ ਹਰਨਾਕਸ਼ ਸੀਗਾ ਉਹਨੂੰ ਪ੍ਰਮਾਤਮਾ ਨੇ ਖਤਮ ਕਰ ਦਿੱਤਾ। ਫਿਰ ਉੱਥੇ ਇਹ ਪੰਕਤੀਆਂ ਬਾਣੀ ਦੀਆਂ ਪੜੀਆਂ ਜਾਂਦੀਆਂ ਨੇ ਰੋਜ਼ ਰਹਿਰਾਸ ਸਾਹਿਬ ਦੇ ਪਾਠ ਵਿੱਚ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਨ ਨਾਨਕ ਐਸਾ ਰਸੇਵਿਆ ਅੰਤ ਲੈ ਛਡਾਇਆ। ਪੈਜ ਜੁਗ ਜੁਗ ਰੱਖਦਾ ਆਇਆ ਆਪਣੇ ਪਿਆਰਿਆਂ ਦੀ। ਪੈਜ ਜੁਗ ਜੁਗ ਰੱਖਦਾ ਆਇਆ ਆਪਣੇ ਪਿਆਰਿਆਂ ਦੀ। ਪੈਜ ਜੁਗ ਜੁਗ ਰੱਖਦਾ ਆਇਆ ਜੀ, ਰੱਖਦਾ ਆਇਆ ਆਪਣੇ ਪਿਆਰਿਆਂ ਦੀ।
ਪੈਜ ਜੁਗ ਜੁਗ ਰੱਖਦਾ ਆਇਆ ਆਪਣੇ ਪਿਆਰਿਆਂ ਦੀ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕ ਟੁੱਟ ਹਰ ਮਾਰਿਆ ਹਰ ਨਾਕ ਟੁੱਟ ਹਰ ਮਾਰਿਆ। ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਟ ਦੇ। ਹੰਕਾਰੀਆਂ ਨਿੰਦਕਾਂ ਪਿੱਟ ਦੇ। ਨਾਮ ਦੇਹੁ ਮੁਖ ਲਾਇਆ ਜਿਨ ਨਾਨਕ ਐਸਾ ਹਰਿ ਸੇਵਿਆ। ਜਿਨ ਨਾਨਕ ਐਸਾ ਹਰਿ ਸੇਵਿਆ। ਅੰਤ ਲਹੇ ਛੜਾਇਆ ਹਰ ਜੁਗ ਜੁਗ ਭਗਤ ਪਾਇਆ। ਆਪਾਂ ਰੋਜ਼ ਰਹਿ ਰਹੇ ਸਾਹਿਬ ਦੇ ਪਾਠ ਵਿੱਚ ਸ਼ਾਮ ਨੂੰ ਸਰਵਣ ਕਰਦੇ ਆ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਸੋ ਪ੍ਰਮਾਤਮਾ ਜਿਹੜਾ ਆਪਣੇ ਪਿਆਰਿਆਂ ਦੀ ਆਪਣੇ ਭਗਤਾਂ ਦੀ ਆਪਣੇ ਸੇਵਕਾਂ ਦੀ ਜੁਗਾਂ ਜੁਗਾਂਤਰਾਂ ਤੋਂ ਪੈਜ ਰੱਖਦਾ ਆ ਰਿਹਾ, ਅੱਜ ਵੀ ਰੱਖ ਰਿਹਾ। ਜਦ ਤੱਕ ਸ੍ਰਿਸ਼ਟੀ ਰਹੇਗੀ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਸੇਵਾ ਕਰਨ ਵਾਲਿਆਂ ਦੀ ਪੈਜ ਰੱਖਦਾ ਰਹੇਗਾ। ਸੋ ਭੱਟ ਬੇਨਤੀ ਕਰ ਰਹੇ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਮਹਾਰਾਜ ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਪਾਰੇ ਕਰ ਆਜ। ਤੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ। ਦੁਆਪਰ ਤੈ ਮਾਣਿਓ ਕ੍ਰਿਸ਼ਨ ਭਗਵਾਨ ਜੀ ਦੇ ਬਾਰੇ ਬੇਨਤੀ ਕਰਦੇ ਆ। ਸਤਜੁਗ ਤੈ ਮਾਣਿਓ ਛਲਿਓ ਬਨ ਬਾਵਨ ਪਾਇਓ। ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀ। ਕਹਿੰਦੇ ਦੁਆਪਰ ਦੇ ਵਿੱਚ ਪ੍ਰਮਾਤਮਾ ਕ੍ਰਿਸ਼ਨ ਭਗਵਾਨ ਨੇ ਦ੍ਰੋਪਤਾ ਦੀ ਲਾਜ ਰੱਖੀ ਸੀਗੀ। ਉਸ ਸਮੇਂ ਰੱਖੀ ਸੀਗੀ ਜਦੋਂ ਦ੍ਰੋਪਤੀ ਨੂੰ ਹੋਰ ਕੋਈ ਆਸ ਨਾ ਰਿਹਾ ਨਾ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਕੀਤੀ ਸੀਗੀ ਦ੍ਰੋਪਤੀ ਨੇ ਭਰੀ ਸਭਾ ਦੇ ਵਿੱਚ। ਕਿਉਂਕਿ ਕੋਈ ਸਮਾਂ ਬਣਿਆ ਸੀ ਨਾ ਜਦੋਂ ਅਸਤਨਾਪੁਰ ਦੇ ਵਿੱਚ ਪਾਂਡਵਾਂ ਦਾ ਰਾਜ ਸੀਗਾ। ਪਾਂਡਵਾਂ ਨੇ ਨਵਾਂ, ਜਿਵੇਂ ਆਪਾਂ ਕੋਈ ਵੀ ਮਹੂਰਤ ਕਰਦੇ ਆ, ਜਿਵੇਂ ਘਰ-ਬਾਰ ਬਣਾਉਂਦੇ ਆ ਤੇ ਆਪਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਵਾਈਏ, ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਆ, ਅਖੰਡ ਪਾਠ ਸਾਹਿਬ ਕਰਵਾਉਂਦੇ ਆ। ਇਸੇ ਤਰ੍ਹਾਂ ਪਾਂਡਵਾਂ ਨੇ ਵੀ ਨਾ ਜਦੋਂ ਨਵਾਂ ਕਿਲ੍ਹਾ ਤਿਆਰ ਕੀਤਾ ਤਾਂ ਉਹਨਾਂ ਨੇ ਸੋਚਿਆ ਵੀ ਸਾਰਿਆਂ ਨੂੰ ਨਿਮੰਦਾ ਦੇ ਕੇ ਬੁਲਾਇਆ ਜਾਵੇ ਆਪਣੇ ਘਰੇ। ਜਿੱਥੇ ਸਾਰਿਆਂ ਨੂੰ ਬੁਲਾਇਆ ਉੱਥੇ ਦੁਰਯੋਧਨ ਨੂੰ ਵੀ ਸੱਦਾ ਦਿੱਤਾ ਗਿਆ, ਤੁਸੀਂ ਵੀ ਆਓ।
ਉਸ ਕਿਲੇ ਦੀ ਤਿਆਰੀ ਕਹਿੰਦੇ ਇਸ ਤਰ੍ਹਾਂ ਦੀ ਕੀਤੀ ਗਈ ਸੀਗੀ ਜਿਵੇਂ ਆਪਾਂ ਅੱਜ ਹੁਣ ਘਰ ਦੇ ਵਿੱਚ ਪਰਿਵਾਰ ਨੇ ਚਾਉ ਦੇ ਨਾਲ, ਖੁਸ਼ੀਆਂ ਦੇ ਨਾਲ ਡੈਕੋਰੇਸ਼ਨ ਕੀਤੀ ਹੈ, ਸਜਾਵਟ ਕੀਤੀ ਹੈ ਘਰ ਦੀ। ਇਸੇ ਤਰ੍ਹਾਂ ਕਹਿੰਦੇ ਉਹ ਕਿਲੇ ਦੀ ਤਿਆਰੀ ਇੰਨੀ ਵੱਖਰੇ ਤਰੀਕੇ ਨਾਲ ਕੀਤੀ ਗਈ ਸੀਗੀ, ਹਰ ਇੱਕ ਬੰਦੇ ਨੂੰ ਉਹਦੀ ਸਮਝ ਨਹੀਂ ਸੀ ਆਉਂਦੀ। ਜਿਹੜਾ ਗੇਟ ਸੀ ਨਾ ਐਂਟਰੀ, ਜਿਹਦੇ ਆਪਾਂ ਅੰਦਰ ਘਰ ਦੇ ਵੜਦੇ ਆ, ਉਹਦੀ ਦਿੱਖ ਕਹਿੰਦੇ ਇਸ ਤਰ੍ਹਾਂ ਤਿਆਰ ਕੀਤੀ ਸੀਗੀ ਵੀ ਦੇਖਣ ਨੂੰ ਲੱਗਦਾ ਸੀਗਾ ਵੀ ਸਾਹਮਣੇ ਦਰਵਾਜ਼ਾ ਹੈ, ਗੇਟ ਹੈ, ਪਰ ਉਹਦੇ ਸਾਹਮਣੇ ਦਰਵਾਜ਼ਾ ਹੈ ਨਹੀਂ ਸੀਗਾ। ਜਦੋਂ ਦੁਰਯੋਧਨ ਅੰਦਰ ਆਉਣ ਲੱਗਾ, ਅੱਗੇ ਸਿਪਾਹੀ ਦੂਤ ਖੜੇ ਹੋਏ ਨੇ, ਅੰਦਰ ਜਾਣ ਲੱਗਾ, ਪਹਿਲਾਂ ਜਾ ਕੇ ਗੇਟ ਸਮਝ ਕੇ ਉਹ ਦਰਵਾਜ਼ੇ ਦੇ ਵਿੱਚ, ਕੰਧ ਦੇ ਵਿੱਚ ਵੱਜਿਆ, ਪਹਿਲਾਂ ਟਕਰਾ ਗਿਆ। ਫਿਰ ਸਿਪਾਹੀਆਂ ਨੇ ਇਸ਼ਾਰਾ ਕੀਤਾ ਵੀ ਉਹ ਰਸਤਾ ਹੈ, ਦੂਜੀ ਸਾਈਡ ਹੈ। ਅੰਦਰ ਚਲਾ ਗਿਆ। ਅੰਦਰ ਜਾ ਕੇ ਇਹ ਜੀ ਤਿਆਰੀ ਕੀਤੀ ਗਈ ਸੀ, ਜਿੱਥੇ ਤਾਂ ਲੱਗ ਰਿਹਾ ਸੀਗਾ ਵੀ ਬਹੁਤ ਸੋਹਣੇ ਸੋਫੇ ਪਏ ਆ ਬੈਠਣ ਵਾਸਤੇ, ਤੇ ਬੜਾ ਸੋਹਣਾ ਸੁੰਦਰ ਘਾਹ ਹੈ, ਜਿਵੇਂ ਬਾਹਰ ਪਾਰਕ ਬਣੀ ਹੁੰਦੀ ਨਾ ਪੈਲਸਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਸ਼ੌਂਕ ਨਾਲ ਬਣਾਉਂਦੇ ਆਪਾਂ, ਗੁਰੂ ਘਰਾਂ ਦੇ ਵਿੱਚ ਵੀ ਬਣੀ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਦੇਖਣ ਨੂੰ ਇਉਂ ਲੱਗ ਰਿਹਾ ਸੀਗਾ ਵੀ ਪਾਰਕ ਹੈ ਤੇ ਵਿੱਚ ਸੋਫੇ ਵਿਛੇ ਹੋਏ ਆ ਬੈਠਣ ਵਾਸਤੇ। ਪਰ ਕਹਿੰਦੇ ਜਦੋਂ ਦੁਰਯੋਧਨ ਉਹਦੇ ਵਿੱਚ ਬੈਠਣ ਵਾਸਤੇ ਥੱਲੇ ਨੂੰ ਉਤਰਿਆ ਨਾ ਪੌੜੀਆਂ ਤੋਂ, ਉਹ ਪਾਣੀ ਦੇ ਤਲਾਅ 'ਚ ਜਾ ਵੜਿਆ। ਤਿਆਰੀ ਇਸ ਤਰ੍ਹਾਂ ਕੀਤੀ ਗਈ ਸੀਗੀ ਕਿਉਂਕਿ ਅੱਜ ਕੱਲ੍ਹ ਇੰਨਾ ਇਲੈਕਟ੍ਰੋਨਿਕ ਸਮਾਂ ਅੱਜ ਦੇ ਹਿਸਾਬ ਨਾਲ ਵੀ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਜਦੋਂ ਆਨੰਦਪੁਰ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਜੀਵਾਂ ਦਾ ਭਲਾ ਕਰਦੇ ਸੀ ਨਾ, ਤਾਂ ਅਸਾਮ ਦਾ ਰਾਜਾ ਰਤਨ ਰਾਏ ਵੀ ਮਹਾਰਾਜ ਦੇ ਵਾਸਤੇ ਉਹ ਵਸਤੂਆਂ ਲੈ ਕੇ ਆਇਆ ਸੀਗਾ ਜਿਹੜੀਆਂ ਦੁਨੀਆ ਦੇ ਵਿੱਚ ਕਿਸੇ ਦੇ ਪਾਸ, ਕਿਸੇ ਰਾਜੇ ਮਹਾਰਾਜੇ ਦੇ ਪਾਸ ਨਹੀਂ ਸੀਗੀਆਂ। ਇੱਕ 5 ਕਲਾ ਸ਼ਸਤਰ ਲਿਆ ਕੇ ਦਿੱਤਾ ਸੀਗਾ, ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖਿਆ ਸੀਗਾ ਰਤਨ ਰਾਏ ਨੇ। ਉਹ ਇਹੋ ਜਿਹਾ ਸ਼ਸਤਰ ਸੀਗਾ ਜਿਹੜਾ ਅੱਜ ਤੱਕ ਨਹੀਂ ਬਣ ਸਕਿਆ, ਜਿਹਦਾ ਬਟਨ ਦੱਬੇ ਤੇ ਪਿਸਟਲ ਨਿਕਲ ਜਾਂਦੀ ਹੈ ਵਿੱਚੋਂ, ਤੀਰ ਨਿਕਲ ਜਾਂਦਾ ਵਿੱਚੋਂ, ਖੰਜਰ ਨਿਕਲ ਜਾਂਦਾ ਵਿੱਚੋਂ, ਕਿਰਪਾਨ ਨਿਕਲ ਜਾਂਦੀ ਹੈ ਵਿੱਚੋਂ। 5 ਕਲਾ ਸ਼ਸਤਰ ਇਹ 10ਮ ਪਾਤਸ਼ਾਹ ਮਹਾਰਾਜ ਵਾਸਤੇ ਲੈ ਕੇ ਆਇਆ ਸੀਗਾ। ਤਾਂ ਹੀ ਜਿਹੜੇ ਪਹਾੜੀ ਰਾਜੇ ਸੀਗੇ ਦੰਗ ਹੋ ਗਏ ਸੀਗੇ ਦੇਖ ਕੇ ਵੀ ਇਹ ਤਾਂ ਵਸਤੂ ਅੱਜ ਤੱਕ ਰਾਜਿਆਂ ਮਹਾਰਾਜਿਆਂ ਦੇ ਪਾਸ ਨਹੀਂ ਹੈਗੀਆਂ ਜਿਹੜੀਆਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ ਨੇ। ਸੋ ਪਾਂਡਵਾਂ ਨੇ ਤਿਆਰੀ ਇਸ ਹਿਸਾਬ ਨਾਲ ਕਰਾਈ ਸੀਗੀ ਕਿ ਹਰ ਇੱਕ ਬੰਦਾ ਜਿਹੜਾ ਉਹ ਚੌਂਕ ਜਾਂਦਾ ਸੀਗਾ, ਦੇਖ ਕੇ ਦੰਗ ਰਹਿ ਜਾਂਦਾ ਸੀਗਾ। ਹੁਣ ਜਦੋਂ ਦੁਰਯੋਧਨ ਆਪਣੇ ਵੱਲੋਂ ਤਾਂ ਪਾਰਕ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਥੱਲੇ ਉਤਰਿਆ ਪੌੜੀਆਂ ਤੋਂ ਪਾਣੀ ਵਿੱਚ ਜਾ ਕੇ ਡਿੱਗ ਗਿਆ। ਹੁਣ ਉੱਪਰ ਖੜੀ ਸੀਗੀ ਦ੍ਰੋਪਤਾ, ਪੰਚਾਲੀ, 5 ਪਾਂਡਵਾਂ ਦੀ ਘਰ ਵਾਲੀ। ਉਹਨੇ ਦੇਖਿਆ ਤਾਂ ਹੁਣ ਹਰ ਇੱਕ ਬੰਦੇ ਦਾ ਸੁਭਾਅ ਅੱਜ ਵੀ ਹੈ, ਕਈਆਂ ਨੂੰ ਆਦਤ ਹੁੰਦੀ ਹੈ ਬੋਲਣ ਦੀ, ਕੋਈ ਵੱਧ ਘੱਟ ਬੋਲ ਜਾਂਦੇ ਆ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਫਿੱਕਾ ਬੋਲ ਵਿਗੁਚਨਾ ਸੁਨ ਮੂਰਖ ਮਨ ਆ ਜਾਨ। ਕਹਿੰਦੇ ਮਨਾ ਸੋਚ ਕੇ ਵਿਚਾਰ ਕੇ ਬੋਲਿਆ ਕਰ ਵੀ ਤੇਰੇ ਬੋਲਣ ਦੇ ਨਾਲ ਕੋਈ ਵਿਗਾੜ ਪੈਦਾ ਤਾਂ ਨਹੀਂ ਹੁੰਦਾ, ਕੋਈ ਝਗੜਾ ਪੈਦਾ ਤਾਂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ। ਕਹਿੰਦੇ ਇੰਨਾ ਵਿਚਾਰ ਕੇ ਬੋਲ ਵੀ ਕਿਸੇ ਨੂੰ ਫਿੱਕਾ ਨਾ ਬੋਲ, ਮਿੱਠਾ ਬੋਲ। ਸੋ ਇਸ ਕਰਕੇ ਵਿਚਾਰ ਦੇ ਨਾਲ ਬੋਲਣਾ ਚਾਹੀਦਾ, ਜਿੱਥੇ ਲੋੜ ਨਹੀਂ ਉੱਥੇ ਬੋਲੋ ਨਾ। ਸੋ ਪੰਚਾਲੀ ਨੇ ਆਪਣੇ ਵੱਲੋਂ ਮਜ਼ਾਕ ਕੀਤਾ ਦੁਰਯੋਧਨ ਨਾਲ, ਉੱਪਰ ਕੇਸ ਬਾਹਰ ਹੀ ਸੀਗੀ। ਜਦੋਂ ਦੇਖਿਆ ਵੀ ਪਾਣੀ ਵਿੱਚ ਦੁਰਯੋਧਨ ਜਾ ਡਿੱਗਿਆ, ਕਹਿਣ ਲੱਗੀ ਤੁਸੀਂ ਅੰਨਿਆਂ ਦੇ ਅੰਨੇ ਰੇ, ਕਿ ਤੈਨੂੰ ਪਤਾ ਨਹੀਂ ਲੱਗਿਆ ਵੀ ਇੱਥੇ ਪਾਣੀ ਆ। ਹੁਣ ਉਸ ਸਮੇਂ ਜਿਹੜਾ ਦੁਰਯੋਧਨ ਸੀਗਾ ਕੁਛ ਨਹੀਂ ਬੋਲਿਆ, ਚੁੱਪ ਕਰ ਗਿਆ। ਪਰ ਮਨ ਦੇ ਵਿੱਚ ਉਹਦਾ ਉਹ ਗੱਲ ਦਾ ਜਿਹੜਾ ਨਾ ਅਸਰ ਹੋਇਆ ਵੀ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਵਿਚਾਰ ਕੇ ਬੋਲਣਾ ਚਾਹੀਦਾ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾਂ ਗਾ ਵਾਰ।
ਕਹਿੰਦੇ ਜੇ ਕਿਸੇ ਦੇ ਬੋਲਣ ਦੇ ਨਾਲ ਵਿਗਾੜ ਪੈਦਾ ਹੁੰਦਾ, ਝਗੜਾ ਹੁੰਦਾ, ਤਾਂ ਕਹਿੰਦੇ ਉਹਦੇ ਵਰਗਾ ਮੂਰਖ ਕੋਈ ਨਹੀਂ। ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਕਹਿੰਦੇ 100 ਮੂਰਖਾਂ ਦਾ ਮੂਰਖ ਹੈ ਜਿਹਦੇ ਬੋਲਣ ਕਰਕੇ ਝਗੜਾ ਹੋ ਜਾਂਦਾ। ਸੋ ਦ੍ਰੋਪਤਾ ਨੇ ਬੋਲੀ ਮਾਰ ਦਿੱਤੀ, ਆਪਣੀ ਜ਼ੁਬਾਨ ਤੋਂ ਇਹ ਬਚਨ ਕਹਿ ਦਿੱਤਾ ਕਿ ਤੇਰਾ ਪਿਤਾ ਜਿਹੜਾ ਹੈ ਉਹ ਵੀ ਅੰਨ੍ਹਾ, ਤੁਸੀਂ ਅੱਗੇ ਜਿਹੜੇ ਉਹਦੇ ਪੁੱਤਰ ਹੋ ਤੁਸੀਂ ਵੀ ਅੰਨ੍ਹੇ ਹੋ। ਹੁਣ ਇਹ ਬੋਲੀ ਦਾ ਇੰਨਾ ਅਸਰ ਹੋਇਆ ਉਹਨੇ ਮਨ ਦੇ ਵਿੱਚ ਇਹ ਗੱਲ ਨੂੰ ਘੁੱਟ ਕੇ ਗੰਢ ਬੰਨ੍ਹ ਲਈ ਵੀ ਇਹਨੇ ਮੈਨੂੰ ਬੋਲੀ ਮਾਰੀ ਹੈ। ਕਦੇ ਸਮਾਂ ਆਇਆ ਮੈਂ ਤੈਨੂੰ ਇਹ ਗੱਲ ਦਾ ਜਵਾਬ ਦੇਵਾਂਗਾ। ਹੁਣ ਸਮਾਂ ਜਿਹੜਾ ਆਪਣੀ ਰਫ਼ਤਾਰ ਨਾਲ ਤੁਰਦਾ ਚਲਾ ਗਿਆ। ਦੁਰਯੋਧਨ ਨੇ ਮਜਬੂਰ ਕਰ ਦਿੱਤਾ ਇਹਨਾਂ ਨੂੰ ਜੂਆ ਖੇਡਣ ਵਾਸਤੇ। ਜੂਆ ਖੇਡ ਕੇ ਜਿਹਦੇ ਵਿੱਚ ਸਾਰਾ ਰਾਜ ਭਾਗ ਪਹਿਲਾਂ ਹਾਰ ਗਏ। ਖਜ਼ਾਨਿਆਂ ਦੇ ਅਧਿਕਾਰੀ, ਫੌਜਾਂ ਦੇ ਮਾਲਕ, ਸਾਰਾ ਕੁਝ ਹਾਰ ਚੁੱਕੇ ਪੰਜੇ ਪਾਂਡਵ। ਉਹ ਪਾਂਡਵ ਨੇ ਅਰਜਨ ਵਰਗੇ ਜਿਹੜੇ ਕਹਿੰਦੇ ਤੀਰ ਆਪਣੇ ਪੱਥੇ ਦੇ ਵਿੱਚੋਂ ਕੱਢ ਕੇ ਜਦੋਂ ਆਕਾਸ਼ ਵੱਲ ਭਰ ਕੇ ਮਾਰਦੇ ਆ ਕਹਿੰਦੇ ਵਰਖਾ ਹੋ ਜਾਂਦੀ ਹੈ। ਇੰਨੀ ਸ਼ਕਤੀ ਸੀਗੀ ਅਰਜਨ ਦੇ ਵਿੱਚ। ਭੀਮਸੈਨ ਵਰਗੇ ਜਿਹੜੇ ਕਹਿੰਦੇ ਯੁੱਧ ਦੇ ਵਿੱਚ ਹਾਥੀਆਂ ਦੀਆਂ ਪੂਛਾਂ ਤੋਂ ਫੜ ਫੜ ਕੇ ਉੱਪਰ ਐ ਚੱਕ ਕੇ ਸੱਟ ਦਿੰਦੇ ਸੀਗੇ। ਬਲਵਾਨ ਨੁਕਲ ਵਰਗੇ, ਸਹਿਦੇਵ ਵਰਗੇ। ਪੰਜੇ ਪਾਂਡਵ ਜਦੋਂ ਜੂਆ ਖੇਡਣ ਲੱਗੇ ਤਾਂ ਸਾਰਾ ਕੁਝ ਰਾਜ ਭਾਗ ਹਾਰ ਕੇ ਹੱਥ ਝਾੜ ਕੇ ਬੈਠ ਗਏ। ਹਾਰੇ ਬੰਦੇ ਦੀ ਪੋਜੀਸ਼ਨ ਕੀ ਹੁੰਦੀ ਹੈ? ਹਾਰਿਆ ਬੰਦਾ ਸਿਰ ਨੀਵਾਂ ਕੱਢ ਕੇ ਖੜਾ ਹੁੰਦਾ, ਉੱਚਾ ਸਿਰ ਕਰਕੇ ਨਹੀਂ ਖੜ ਸਕਦਾ। ਉਹਨੇ ਨੀਵੀਆਂ ਪਾ ਕੇ ਖੜੇ ਨੇ। ਇੱਥੇ ਤੱਕ ਨੌਬਤ ਆ ਗਈ ਬੋਲੀ ਮਾਰਨ ਕਰਕੇ। ਰਾਜ ਭਾਗ ਤਾਂ ਹਾਰਨਾ ਸੀਗਾ। ਪੰਜੇ ਪਾਂਡਵਾਂ ਨੇ ਆਪਣੀ ਘਰਵਾਲੀ ਦੀ ਦ੍ਰੋਪਤਾ ਦੀ ਬੋਲੀ ਵੀ ਲਾ ਦਿੱਤੀ ਸੀ, ਹਾਰ ਗਏ। ਜਦੋਂ ਬੋਲੀ ਲਾ ਦਿੱਤੀ ਘਰਵਾਲੀ ਦੀ ਵੀ, ਇਹ ਸੱਚੀਆਂ ਗੱਲਾਂ ਨੇ ਸਾਧ ਸੰਗਤ। ਜਦੋਂ ਬੰਦਾ ਗਲਤ ਪਾਸੇ ਤੁਰ ਪਏ ਨਾ ਉਹਦਾ ਰਿਜ਼ਲਟ ਸਿਰਫ ਤੇ ਸਿਰਫ ਬਰਬਾਦੀ ਹੈ, ਹੋਰ ਕੁਝ ਵੀ ਨਹੀਂ ਹੈ। ਕੋਈ ਵੀ ਬੰਦਾ ਕਿਸੇ ਪਾਸੇ ਵੀ ਤੁਰਿਆ ਹੋਇਆ ਨਾ, ਜੇ ਸਹੀ ਰਾਹ ਤੇ ਤੁਰਿਆ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਦੀ ਵਡਿਆਈ, ਸੋਭਾ, ਉਸਤਤ, ਸਤਿਕਾਰ ਹੋਣਾ ਸੁਭਾਵਿਕ ਗੱਲ ਹੈ। ਜੇ ਮਾੜੇ ਪਾਸੇ ਤੁਰਿਆ ਹੋਇਆ ਤਾਂ ਉਹਦੀ ਬਰਬਾਦੀ ਤੈਅ ਹੈ। ਕਿਉਂਕਿ ਰਸਤੇ ਦੇਖੋ ਸਾਰੇ ਜਾ ਰਹੇ ਨੇ। ਹੁਣ ਆਪਣੀ ਮੰਨ ਲਓ ਇੱਕ ਪੰਜਾਬ ਦੀ ਸਟੇਟ ਹੈ। ਜਦੋਂ ਆਪਾਂ ਆਪਣੀ ਸਟੇਟ ਤੋਂ ਹਰਿਆਣੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਐਂਟਰ ਕਰਾਂਗੇ ਤਾਂ ਉਹਦਾ ਜਿਹੜੀ ਜੂਹ ਹੈ ਉੱਥੋਂ ਪਤਾ ਲੱਗ ਜਾਏਗਾ ਆਪਾਂ ਨੂੰ ਵੀ ਆਪਾਂ ਆਪਣੀ ਸਟੇਟ ਛੱਡ ਕੇ ਅਗਲੀ ਸਟੇਟ ਵਿੱਚ ਐਂਟਰ ਹੋ ਚੁੱਕੇ ਹਾਂ। ਇਸੇ ਤਰ੍ਹਾਂ ਜਿੱਥੋਂ ਆਪਾਂ ਤੁਰੇ ਹਾਂ, ਜਿਹੜੀ ਸਟੇਟ ਵੱਲ ਆਪਾਂ ਜਾ ਰਹੇ ਹਾਂ, ਉਸ ਸਮੇਂ ਦਾ ਸਾਹਮਣਾ ਆਪਾਂ ਨੂੰ ਕਰਨਾ ਹੀ ਪਏਗਾ। ਇਸ ਕਰਕੇ ਆਪਾਂ ਨੂੰ ਸੋਚ ਵਿਚਾਰ ਕੇ ਚੱਲਣਾ ਚਾਹੀਦਾ। ਹੁਣ ਪਾਂਡਵ ਜਿੱਥੇ ਸਾਰਾ ਕੁਝ ਆ ਰਹੇ ਉੱਥੇ ਬੋਲੀ ਵੀ ਲਾ ਦਿੱਤੀ ਘਰਵਾਲੀ ਦੀ। ਕਿਉਂਕਿ ਜੂਆ ਜਿਹੜਾ ਐਸੀ ਕੰਮ ਹੈ ਜਿਹਦੇ ਵਿੱਚ ਬੰਦਾ ਲਾਲਚ ਵਿੱਚ ਇੰਨਾ ਗਿਰ ਜਾਂਦਾ, ਖੇਡਦਾ ਖੇਡਦਾ ਭਾਂਡੇ ਤੱਕ ਸਭ ਕੁਝ ਖਤਮ ਹੋ ਜਾਂਦਾ ਹੈ। ਦੇਖ ਲਓ ਕਿੱਡੇ ਵੱਡੇ ਰਾਜੇ ਸੀਗੇ, ਕਿੱਡਾ ਰਾਜ ਭਾਗ ਹੋਣਾ, ਜਿਨ੍ਹਾਂ ਦੇ ਮੰਤਰੀ ਜੰਤਰੀ ਖਜ਼ਾਨੇ ਭਰੇ ਪਏ ਹੀਰੇ ਮੋਤੀਆਂ ਦੇ, ਪਰ ਜਦੋਂ ਜੂਆ ਖੇਡਣ ਲੱਗੇ ਸਭ ਕੁਝ ਖਾਲੀ, ਹਾਰ ਗਏ ਨਾ ਸਾਰਾ ਕੁਝ। ਜਦੋਂ ਪੰਚਾਲੀ, ਪੰਜਾਂ ਦੀ ਰਾਣੀ ਦ੍ਰੋਪਤਾ ਦੀ ਵੀ ਬੋਲੀ ਲਾ ਦਿੱਤੀ, ਉਹਨੂੰ ਵੀ ਹਾਰ ਗਏ। ਹੁਣ ਉਹਨੇ ਉਹ ਫਿਰ ਦੁਰਯੋਧਨ ਨੇ ਜਿਹਦੇ ਕਰਕੇ ਮਜਬੂਰ ਕਰਿਆ ਸੀਗਾ, ਕਹਿਣ ਲੱਗਾ ਵੀ ਆਪਣੇ ਦੂਤਾਂ ਨੂੰ ਬੁਲਾ ਕੇ ਕਹਿੰਦਾ ਇਹਦੀ ਬੇਪਤੀ ਕਰੋ। ਜਦੋਂ ਇਹ ਗੱਲ ਕਹਿ ਦਿੱਤੀ ਭਰੀ ਸਭਾ ਦੇ ਵਿੱਚ, ਪਹਿਲਾਂ ਤਾਂ ਦ੍ਰੋਪਤਾ ਨੇ ਦੁਰਯੋਧਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਕਿ ਵੀ ਤੁਹਾਡੀ ਆਪਸੀ ਲੜਾਈ ਹੈ ਰਾਜ ਭਾਗ ਦੀ, ਤੁਸੀਂ ਇਸਤਰੀ ਦਾ ਵਿੱਚ ਅਪਮਾਨ ਨਾ ਕਰੋ। ਹੁਣ ਜਿਹੜਾ ਹੰਕਾਰੀ ਬੰਦਾ ਹੁੰਦਾ, ਉਹ ਜਦੋਂ ਬਜ਼ੁਰਗ ਵੀ ਮਾਂ-ਬਾਪ ਵੀ ਕਹਿਣਾ ਵੀ ਬੱਚਿਆਂ ਨੂੰ ਵੀ ਆਹ ਕੰਮ ਨਾ ਕਰਿਓ, ਚੰਬਲ ਚੰਬਲ ਕੇ ਕਰਦੇ ਆ। ਕਹਿੰਦੇ ਤੁਸੀਂ ਹੁਣ ਬੁੱਢੇ ਹੋ ਗਏ, ਤੁਹਾਨੂੰ ਕੀ ਪਤਾ ਦੁਨੀਆਦਾਰੀ ਦਾ, ਤਾਂ ਹੁਣ ਪਤਾ ਲੱਗਿਆ ਸਾਨੂੰ। ਪਰ ਜਿਹੜਾ ਬੰਦਾ ਮਾਂ-ਬਾਪ ਦੀ, ਬਜ਼ੁਰਗ ਦੀ, ਸਿਆਣੇ ਦੀ ਸਲਾਹ ਨਹੀਂ ਨਾ ਲੈਂਦਾ, ਉਹ ਫਿਰ ਕਿਤੇ ਨਾ ਕਿਤੇ ਮਾਰ ਤਾਂ ਖਾਂਦਾ ਜ਼ਰੂਰ। ਸੋ ਇਸ ਕਰਕੇ ਘਰ ਬਜ਼ੁਰਗਾਂ ਦੀ ਸਲਾਹ ਲੈ ਕੇ ਜ਼ਰੂਰ ਤੁਰਨਾ ਚਾਹੀਦਾ।
ਕਿਉਂਕਿ ਉਹਨਾਂ ਨੇ ਸਾਰੀ ਦੁਨੀਆ ਗਾਈ ਹੁੰਦੀ ਹੈ, ਦੇਖੀ ਹੁੰਦੀ, ਉਹਨਾਂ ਨੂੰ ਪਤਾ ਹੁੰਦਾ ਮਾੜੇ ਚੰਗੇ ਦੀ ਪਰਖ ਹੁੰਦੀ ਹੈ, ਘਾਟੇ ਵਾਧੇ ਦੀ ਉਹਨਾਂ ਨੂੰ ਅਹਿਮੀਅਤ ਦਾ ਪਤਾ ਹੁੰਦਾ ਹੈ। ਹੁਣ ਦੁਰਯੋਧਨ ਨੂੰ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਦ੍ਰੋਪਦਾ ਨੇ ਤਾਂ ਕਹਿੰਦੀ ਵੀ ਨਹੀਂ, ਵੀ ਤੁਹਾਡੀ ਆਪਸੀ ਲੜਾਈ ਹੈ ਭਰਾਵਾਂ ਦੀ, ਮੈਨੂੰ ਇਸਤਰੀ ਦਾ ਅਪਮਾਨ ਵਿੱਚ ਨਾ ਕਰੋ। ਫਿਰ ਉਹ ਯਾਦ ਕਰਾਂਦਾ, ਕਹਿੰਦਾ ਉਹ ਦਿਨ ਯਾਦ ਕਰ ਜਦੋਂ ਹਸਤਨਾਪੁਰ ਦੇ ਵਿੱਚ ਤੁਸੀਂ ਕਿਲੇ ਦੇ ਉਦਘਾਟਨ ਤੇ ਮੇਰੀ ਭਰੀ ਸਭਾ ਦੇ ਵਿੱਚ ਬੇਇੱਜ਼ਤੀ ਕੀਤੀ ਸੀ ਨਾ, ਵੀ ਅੰਨਿਆਂ ਦੇ ਅੰਨੇਰੇ, ਉਹ ਯਾਦ ਆਇਆ ਦਿਨ? ਉਹ ਸਾਧ ਸੰਗਤ ਜੀ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਦ੍ਰੋਪਦੀ ਦੇ, ਵੀ ਮੈਂ ਬੋਲੀ ਮਾਰੀ ਸੀਗੀ ਇਹਨੂੰ ਉਸ ਦਿਨ। ਕਹਿੰਦੇ ਉਹਦਾ ਹੀ ਰਿਜ਼ਲਟ ਹੈ ਸਾਰਾ। ਮਾੜਾ ਬੀਜ ਜਦੋਂ ਵੀ ਬੀਜਿਆ ਜਾਏਗਾ ਉਹ ਵੱਢਣਾ ਪੈਣਾ। ਆਪੇ ਬੀਜ ਆਪੇ ਹੀ ਖਾਓ। ਇਹ ਹੱਥਾਂ ਦੇ ਨਾਲ ਹੀ ਬੀਜੇ ਜਾਂਦੇ ਆ ਜਿਹੜੇ ਵੀ ਬੀਜ ਨੇ। ਹੁਣ ਪਹਿਲਾਂ ਦੁਰਯੋਧਨ ਨੂੰ ਸਮਝਾਉਂਦੀ ਹੈ। ਦੁਰਯੋਧਨ ਹੰਕਾਰੀ ਹੈ। ਹੰਕਾਰੀ ਬੰਦਾ ਕਿਸੇ ਸਿਆਣੇ ਦੀ ਗੱਲ ਨਹੀਂ ਸੁਣਦਾ ਹੁੰਦਾ, ਜੋ ਆਂਦਾ ਆਪਣੇ ਮਨ ਭਾਈਆਂ ਕਰਦਾ। ਫਿਰ ਉਹਨਾਂ ਦੇ ਸਭਾ ਦੇ ਜਿਹੜੇ ਸ਼ਿੰਗਾਰ ਸੀਗੇ, ਦਰੋਨਾਚਾਰੀਆ ਵਰਗੇ ਜਿਨ੍ਹਾਂ ਤੋਂ ਵਿੱਦਿਆ ਲਈ ਸੀਗੀ ਅਰਜਨ ਨੇ, ਪਾਂਡਵਾਂ ਨੇ, ਉਹ ਵੀ ਸ਼ਿੰਗਾਰ ਬਣੇ ਹੋਏ ਆ ਸਭਾ ਦੇ। ਉਹਨਾਂ ਦੇ ਵੱਲ ਤੱਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, ਤੁਸੀਂ ਸਮਝਾਓ ਇਹਨੂੰ। ਜਿਹੜਾ ਇੱਕ ਰਾਜਾ ਹੁੰਦਾ ਉਹਦੇ ਅੰਡਰ ਵਿੱਚ ਸਾਰੇ ਜਿਹੜੇ ਵੀ ਵਜ਼ੀਰ ਜਰਨੈਲ ਹੁੰਦੇ ਨੇ, ਉਹਦੀ ਅੰਡਰ ਦੇ ਵਿੱਚ ਉਹਦੀ ਬੋਲੀ ਬੋਲਦੇ ਹੁੰਦੇ ਆ, ਦੂਜੇ ਦੀ। ਹੁਣ ਅੱਜ ਜਿਵੇਂ ਅੱਜ ਸਮਾਂ ਚੱਲ ਰਿਹਾ, ਮੰਨ ਲਓ ਵੋਟਾਂ ਦਾ, ਆਪਾਂ ਨੂੰ ਸਾਰਿਆਂ ਨੂੰ ਪਤਾ ਕਰੀਬਨ ਵੀ ਕਿਹੜੇ ਬੰਦੇ ਨੇ ਕਿੰਨੇ ਕੁ ਜੋਗਰਾ। ਪਰ ਫਿਰ ਵੀ ਬੰਦੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਕਹਿਣਗੇ ਵੀ ਹਾਂ ਹੁਣ ਵੋਟਾਂ ਸਮੇਂ ਵੀ ਆਹ ਠੀਕ ਹੈ, ਠੀਕ ਕਹਿ ਜਾਣਗੇ ਉਹਨੂੰ, ਜਦ ਕਿ ਸਾਰੇ ਅੱਜ ਸਾਰਿਆਂ ਨੂੰ ਸਭ ਨੂੰ ਪਤਾ ਹੈ ਕੀ ਠੀਕ ਹੈ ਕੀ ਗਲਤ ਹੈ, ਇੰਨਾ ਸਭ ਨੂੰ ਪਤਾ ਹੈ। ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਗਲਤ ਨੂੰ ਸਹੀ ਕਹਿਣਗੇ। ਸੋ ਇਸ ਤਰ੍ਹਾਂ ਹੀ ਹੁਣ ਰਾਜੇ ਦੇ ਦਰਬਾਰ ਵਿੱਚ ਜਿਹੜੇ ਰਾਜੇ ਦੇ ਬੰਦੇ ਨੂੰ ਰਾਜੇ ਦੀ ਬੋਲੀ ਬੋਲਣਗੇ ਨਾ, ਦਰੋਨਾਚਾਰੀਆ ਚੁੱਪ ਕਰਕੇ ਕੁਛ ਨਹੀਂ ਬੋਲੇ ਅੱਗੋਂ। ਵੇਦ ਵਿਆਸ ਜੀ ਵੱਡੇ ਵੱਡੇ ਬੈਠੇ ਹੋਏ ਆ ਸਾਰੇ, ਪਰ ਕਿਸੇ ਨੇ ਸਹਾਇਤਾ ਨਹੀਂ ਕੀਤੀ ਦ੍ਰੋਪਦੀ। ਜਦੋਂ ਦੁਰਯੋਧਨ ਨਾ ਸਮਝਿਆ, ਦਰੋਨਾਚਾਰੀਆ ਨੂੰ ਬੇਨਤੀ ਕੀਤੀ, ਪੰਜੇ ਪਾਂਡਵਾਂ ਨੂੰ ਬੇਨਤੀ ਕੀਤੀ। ਉਹ ਕਹਿੰਦੇ ਅਸੀਂ ਤਾਂ ਸਭ ਕੁਝ ਹਾਰ ਚੁੱਕੇ ਹਾਂ, ਸਾਡੀ ਤਾਂ ਅਹਿਮੀਅਤ ਹੀ ਨਹੀਂ ਹੈਗੀ ਖੜਨ ਦੀ ਵੀ ਇੱਥੇ ਰਾਜ ਭਾਗ ਦੇ ਵਿੱਚ। ਨੀਵੀਆਂ ਪਾ ਕੇ ਖੜੇ ਹੋਏ ਆ ਪਾਂਡਵ, ਜਿਹੜੇ ਐਡੇ ਐਡੇ ਮਹਾਬਲੀ ਯੋਧੇ ਮੰਨੇ ਗਏ ਆ। ਹੁਣ ਨਾ ਦੁਰਯੋਧਨ, ਨਾ ਪਾਂਡਵ, ਨਾ ਦਰੋਨਾਚਾਰੀਆ ਬਚਾ ਸਕਿਆ। ਫੇਰ ਬੇਨਤੀ ਅਰਦਾਸ ਕਿੱਥੇ ਕੀਤੀ? ਕ੍ਰਿਸ਼ਨ ਭਗਵਾਨ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਨੇਤਰ ਬੰਦ ਕਰਕੇ ਬੇਨਤੀ ਕਰਦੀ ਹੈ, ਤੈਨੂੰ ਕ੍ਰਿਸ਼ਨ ਕਿਸੇ ਨਹੀਂ ਹੋ ਕਹਿਣ, ਜੇ ਤੂੰ ਮੇਰੀ ਲਾਜ ਨਾ ਰੱਖੀ। ਤੈਨੂੰ ਕ੍ਰਿਸ਼ਨ ਕਿਸੇ ਨਹੀਂ ਹੋ ਕਹਿਣਾ, ਜੇ ਤੂੰ ਮੇਰੀ ਲਾਜ ਨਾ ਰੱਖੀ। ਤੈਨੂੰ ਕ੍ਰਿਸ਼ਨ ਕਿਸੇ ਨਹੀਂ ਕਹਿਣਾ, ਕਿਸੇ ਨਹੀਂ ਹੋ ਕਹਿਣਾ, ਜੇ